ਸਤਿ ਸ਼੍ਰੀ ਅਕਾਲ ਟ੍ਰੇਨੀਜ਼। ਅੱਜ ਅਸੀਂ ਕੋਰਸ ਨਿਰਮਾਣ ਅਤੇ ਸਿਲੇਬਸ ਵਿਸ਼ਲੇਸ਼ਣ ਬਾਰੇ ਸਿੱਖਣ ਜਾ ਰਹੇ ਹਾਂ। ਇਸ ਵੀਡੀਓ ਦੇ ਉਦੇਸ਼ ਹਨ ਸਮੱਗਰੀ ਦੇ ਗਿਆਨ ਦੇ ਬਾਰੇ ਸਮਝਣਾ, ਕਰਿਕੂਲਮ, ਸਿਲੇਬਸ ਅਤੇ ਲੈਸਨ ਦੇ ਸੰਬੰਧ ਨੂੰ ਸਮਝਣਾ, ਸਿਲੇਬਸ ਵਿਸ਼ਲੇਸ਼ਣ ਦੀ ਅਹਿਮੀਅਤ ਨੂੰ ਸਮਝਣਾ। ਚਲੋ ਸ਼ੁਰੂ ਕਰੀਏ। ਕੀ ਪਤਾ ਹੋਣਾ ਜ਼ਰੂਰੀ ਹੈ? ਕੌਸ਼ਲ ਪ੍ਰਦਰਸ਼ਨ ਦੇ ਲਈ ਇਹ ਸਭ ਤੋਂ ਜ਼ਰੂਰੀ ਜਾਣਕਾਰੀ ਹੈ। ਇਸ ਤੋਂ ਬਿਨਾਂ ਕੰਮ ਸ਼ੁਰੂ ਕਰਨਾ ਨਾਮੁਮਕਿਨ ਹੈ। ਕੀ ਜਾਣਨਾ ਚਾਹੀਦਾ ਹੈ? ਇਹ ਐਕਸਟਰਾ ਜਾਣਕਾਰੀ ਤੇ ਗਿਆਨ ਹੈ ਜੋ ਟ੍ਰੇਨੀਜ਼ ਨੂੰ ਆਪਣਾ ਕੰਮ ਬਿਹਤਰ ਤਰੀਕੇ ਨਾਲ ਕਰਨ ਵਿੱਚ ਸਮਰਥ ਬਣਾਊਗਾ। ਕੀ ਜਾਣ ਸਕਦੇ ਹੋ? ਇਹ ਉਹ ਵੱਧ ਜਾਣਕਾਰੀ ਹੈ ਜੋ ਟ੍ਰੇਨੀਜ਼ ਨੂੰ ਅਪਡੇਟ ਕਰਨ ਦੇ ਲਈ ਜ਼ਰੂਰੀ ਹੈ। ਇਹਦੇ ਵਿੱਚ ਯੋਗਤਾ ਤੇ ਕੰਮ ਦੀ ਸਮਰੱਥਾ ਵਿੱਚ ਵੀ ਸੁਧਾਰ ਆਊਗਾ। ਸੈਕਸ਼ਨ 1 ਸਿਲੇਬਸ। ਸਿਲੇਬਸ ਆਮ ਤੌਰ ਤੇ ਕਿਸੇ ਕੋਰਸ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਟੌਪਿਕਸ ਦੀ ਲਿਸਟ ਹੁੰਦੀ ਹੈ। ਇੰਡਸਟਰੀ ਐਕਸਪਰਟਸ ਦੀ ਮਦਦ ਨਾਲ ਕੋਰਸ ਦੀ ਇੱਕ ਰੂਪਰੇਖਾ, ਜਿਹਨੂੰ ਸਿਲੇਬਸ ਕਿਹਾ ਜਾਂਦਾ ਹੈ, ਉਹਨੂੰ ਤਿਆਰ ਕਰੋ। ਇਹ ਸਿਲੇਬਸ ਕਿਸੇ ਖਾਸ ਕੰਮ ਦੇ ਲਈ ਜ਼ਰੂਰੀ ਗਿਆਨ ਅਤੇ ਕੌਸ਼ਲ ਵਿਕਸਿਤ ਕਰਨ ਉੱਤੇ ਕੇਂਦਰਿਤ ਹੋਊਗਾ। ਕੋਰਸ ਦੀ ਰੂਪਰੇਖਾ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ। ਸੈਕਸ਼ਨ 2 ਸਿਲੇਬਸ ਦੇ ਭਾਗ। ਪਹਿਲਾ ਭਾਗ, ਟ੍ਰੇਨੀਜ਼ ਨੂੰ ਕੁੱਲ ਟ੍ਰੇਨਿੰਗ ਟਾਈਮ ਦੇ 6ਵੇਂ ਹਿੱਸੇ ਜਿੰਨੇ ਟਾਈਮ ਵਿੱਚ ਘੱਟੋ-ਘੱਟ ਮੌਲਿਕ ਟ੍ਰੇਨਿੰਗ ਤਾਂ ਲੈ ਲੈਣੀ ਚਾਹੀਦੀ ਹੈ। ਦੂਸਰਾ ਭਾਗ, ਕੁੱਲ ਟ੍ਰੇਨਿੰਗ ਟਾਈਮ ਦਾ 2/3 ਹਿੱਸਾ ਟ੍ਰੇਨੀਜ਼ ਨੂੰ ਖਾਸ ਗਿਆਨ ਅਤੇ ਕੌਸ਼ਲ ਵਿਕਸਿਤ ਕਰਨ ਤੇ ਕੇਂਦਰਿਤ ਕਰਨਾ ਹੋਊਗਾ। ਤੀਜਾ ਭਾਗ, ਕੋਰਸ ਦੇ ਇਸ ਹਿੱਸੇ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਅਤੇ ਕਿਰਿਆਸ਼ੀਲ ਤਜਰਬਿਆਂ ਤੋਂ ਸਿੱਖਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਟ੍ਰੇਨੀਜ਼ ਨੂੰ ਨਾਮੀ ਪ੍ਰਸ਼ਿਕਸ਼ਣ ਕੇਂਦਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟੀਕਲ ਟ੍ਰੇਨਿੰਗ ਕਰਨੀ ਪਵੇਗੀ, ਜਿੱਥੇ ਪੂਰੇ ਟਾਈਮ ਉਨ੍ਹਾਂ ਉੱਤੇ ਨਜ਼ਰ ਰੱਖ ਕੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ ਜਾਊਗਾ। ਇਸ ਪ੍ਰੈਕਟੀਕਲ ਟ੍ਰੇਨਿੰਗ ਵਿੱਚ ਟ੍ਰੇਨਿੰਗ ਦੇ ਟੋਟਲ ਟਾਈਮ ਦਾ 1/6 ਹਿੱਸੇ ਜਿੰਨਾ ਟਾਈਮ ਲੱਗੂਗਾ। ਸੈਕਸ਼ਨ 3 ਕਰਿਕੂਲਮ। ਇਹ ਇੱਕ ਨਿਰਧਾਰਿਤ ਸਮੇਂ ਸੀਮਾ, ਥਾਂ, ਉਪਕਰਣ ਅਤੇ ਮੁੱਲਿਆਂਕਨ ਪ੍ਰਕਿਰਿਆਵਾਂ ਦੇ ਲਈ ਨਿਯੋਜਿਤ ਲਕਸ਼, ਉਦੇਸ਼, ਸਮੱਗਰੀ, ਸਿੱਖਣ ਦੀ ਗਤੀਵਿਧੀਆਂ ਦੀ ਵਿਆਖਿਆ ਕਰਦਾ ਹੈ। ਇਹਨੂੰ ਸਿਧਾਂਤ ਅਤੇ ਸ਼ੋਧ ਜਾਂ ਅਤੀਤ ਅਤੇ ਅੱਜ ਦੇ ਪ੍ਰੋਫੈਸ਼ਨਲ ਟ੍ਰੇਨਿੰਗ ਦੇ ਢਾਂਚੇ ਦੇ ਸੰਦਰਭ ਵਿੱਚ ਯੋਜਨਾਬੱਧ ਕੀਤਾ ਗਿਆ ਹੈ। ਇਹਦੇ ਵਿੱਚ ਟ੍ਰੇਨੀ ਅਤੇ ਇੰਸਟ੍ਰਕਟਰ ਦੀ ਸੁਵਿਧਾ ਦੇ ਲਈ ਪੂਰੇ ਅਕੈਡਮਿਕ ਈਅਰ ਵਿੱਚ ਸੰਸਥਾਨ ਦੁਆਰਾ ਕੀਤੀ ਗਈ ਸਾਰੀ ਗਤੀਵਿਧੀਆਂ ਅਤੇ ਇੰਤਜ਼ਾਮ ਨੂੰ ਸ਼ਾਮਿਲ ਕੀਤਾ ਗਿਆ ਹੈ। ਸੈਕਸ਼ਨ 4 ਸਿਲੇਬਸ ਦਾ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ। ਫਿਜ਼ੂਲ ਦੀ ਜਾਣਕਾਰੀ ਨੂੰ ਹਟਾਉਣ ਦੇ ਲਈ ਕੰਮ ਦੇ ਲਈ ਕੀ ਜ਼ਰੂਰੀ ਹੈ ਉਹਦੇ ਉੱਤੇ ਧਿਆਨ ਦੇਣਾ, ਆਸਾਨ ਤੋਂ ਸ਼ੁਰੂ ਕਰਕੇ ਜਟਿਲ ਵਿਸ਼ਾ ਪੜ੍ਹਾਉਣਾ, ਪੜ੍ਹਾਉਣ ਵਾਲੀ ਸਮੱਗਰੀ ਤਿਆਰ ਕਰਨਾ, ਤਾਰਕਿਕ ਅਨੁਦੇਸ਼ਾਤਮਕ ਕ੍ਰਮ ਵਿੱਚ ਪੜ੍ਹਾਉਣਾ। ਸੈਕਸ਼ਨ 5 ਸਿਲੇਬਸ ਵਿਸ਼ਲੇਸ਼ਣ। ਟੌਪਿਕਸ ਦੇ ਆਰਡਰ ਨੂੰ ਸਮਝਣ ਦੇ ਲਈ ਕਿ ਕੀ ਪੜ੍ਹਾਉਣਾ ਹੈ, ਕਦੋਂ ਪੜ੍ਹਾਉਣਾ ਹੈ ਤੇ ਕਿੰਨਾ ਪੜ੍ਹਾਉਣਾ ਹੈ। ਇਸ ਤਰ੍ਹਾਂ ਸਿਲੇਬਸ ਦਾ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਹੈ। ਸਿਲੇਬਸ ਦਾ ਟ੍ਰੇਨਰ ਵਿਸ਼ਲੇਸ਼ਣ ਵੀ ਜ਼ਰੂਰੀ ਹੈ। ਇਹਦੇ ਨਾਲ ਪੜ੍ਹਾਉਣ ਅਤੇ ਸਿੱਖਣ ਦੀ ਚੀਜ਼ਾਂ ਨੂੰ ਕਾਫੀ ਹੱਦ ਤੱਕ ਆਸਾਨ ਬਣਾਇਆ ਜਾ ਸਕਦਾ ਹੈ। ਨਿਰਦੇਸ਼ ਦੀ ਸ਼ੁਰੂਆਤ ਹਮੇਸ਼ਾ ਬੇਸਿਕ ਅਤੇ ਸਰਲ ਤੋਂ ਹੋਣੀ ਚਾਹੀਦੀ ਹੈ ਅਤੇ ਹੌਲੀ-ਹੌਲੀ ਮੁਸ਼ਕਿਲ ਕੰਮ ਵੱਲ ਵਧਣੀ ਚਾਹੀਦੀ ਹੈ। ਕੁਝ ਵੱਡਾ ਛੋਟੇ ਨਾਲ ਹੀ ਬਣਦਾ ਹੈ। ਇਸ ਲਈ ਟ੍ਰੇਨਿੰਗ ਦੇਣਾ ਅਤੇ ਕੌਸ਼ਲ ਵਿਕਸਿਤ ਕਰਵਾਉਣਾ ਹੋਵੇ ਤਾਂ ਉਸ ਨੂੰ ਖੰਡਾਂ ਵਿੱਚ ਵੰਡਣਾ ਬਹੁਤ ਜ਼ਰੂਰੀ ਹੈ। ਸਿੱਖਣ ਦੀ ਸ਼ੁਰੂਆਤ ਆਸਾਨ ਕੌਸ਼ਲ ਤੋਂ ਸ਼ੁਰੂ ਹੋ ਕੇ ਚੁਣੌਤੀ ਭਰੇ ਕੌਸ਼ਲ ਵੱਲ ਵਧਣ ਨਾਲ ਹੁੰਦੀ ਹੈ। ਆਸਾਨ ਕੰਮ ਤੋਂ ਸ਼ੁਰੂ ਹੋ ਕੇ ਮੁਸ਼ਕਿਲ ਵੱਲ ਵਧਣ ਵਾਲੀ ਇਹ ਲੌਜੀਕਲ ਅਪਰੋਚ ਹੀ ਸਿਖਾਉਣ ਦਾ ਸਹੀ ਤਰੀਕਾ ਹੈ। ਤਾਰਕਿਕ ਸਿੱਖਿਆ ਸੰਬੰਧੀ ਕ੍ਰਮ ਸਥਾਪਿਤ ਕਰਨ ਦੇ ਲਈ ਕਿਸੇ ਖਾਸ ਵਿਸ਼ੇ ਨਾਲ ਜੁੜੇ ਕੌਸ਼ਲ ਦਾ ਵਿਭਾਜਨ ਵਿਸ਼ਲੇਸ਼ਣ ਕਹਾਉਂਦਾ ਹੈ। ਸੈਕਸ਼ਨ 6 ਸਿਲੇਬਸ ਦੇ ਵਿਸ਼ਲੇਸ਼ਣ ਦਾ ਤਰੀਕਾ। ਸਿਲੇਬਸ ਦਾ ਵਿਸ਼ਲੇਸ਼ਣ ਕਈ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ। ਹੁਣ ਇਹਨੂੰ ਸਮਝਣ ਦਾ ਤਰੀਕਾ ਕੀ ਹੋਵੇ, ਇਹ ਜਾਣਨ ਦੇ ਲਈ ਸਾਡੇ ਲਈ ਟ੍ਰੇਨਿੰਗ ਦਾ ਉਦੇਸ਼ ਕੀ ਹੈ, ਇਹ ਸਮਝਣਾ ਜ਼ਿਆਦਾ ਜ਼ਰੂਰੀ ਹੈ। ਇਹ ਨੌਕਰੀ ਦੇ ਵਿਸ਼ਲੇਸ਼ਣ ਦਾ ਤਰੀਕਾ। ਜੇ ਅਸੀਂ ਕਿਸੇ ਨੂੰ ਕੋਈ ਖਾਸ ਕੰਮ ਚੰਗੀ ਤਰ੍ਹਾਂ ਕਰਨਾ ਸਿਖਾਉਣਾ ਚਾਹੁੰਦੇ ਹਾਂ ਤਾਂ ਅਸੀਂ ਵਿਸ਼ਲੇਸ਼ਣ ਦੇ ਇਸ ਤਰੀਕੇ ਦਾ ਇਸਤੇਮਾਲ ਕਰ ਸਕਦੇ ਹਾਂ। ਇਹਦਾ ਮਤਲਬ ਹੈ ਕੰਮ ਨੂੰ ਨਿੱਕੇ-ਨਿੱਕੇ ਕੌਸ਼ਲ ਜਾਂ ਕੰਮਾਂ ਵਿੱਚ ਵੰਡਣਾ, ਉਹਨਾਂ ਨੂੰ ਆਸਾਨ ਤੋਂ ਮੁਸ਼ਕਿਲ ਵੱਲ ਲੈ ਕੇ ਜਾਣਾ। ਇਹ ਕੰਮ ਨੂੰ ਪ੍ਰਭਾਵੀ ਢੰਗ ਨਾਲ ਸਿਖਾਉਣ ਦੇ ਲਈ ਸਟੈਪ ਬਾਏ ਸਟੈਪ ਮਾਰਗਦਰਸ਼ਿਕਾ ਬਣਾਉਣ ਵਿੱਚ ਮਦਦ ਕਰਦਾ ਹੈ। ਇੱਥੇ ਨੌਕਰੀ ਦਾ ਮਤਲਬ ਪੂਰਾ ਕੀਤਾ ਗਿਆ ਕੰਮ ਜਾਂ ਜੋ ਕੰਮ ਤੁਹਾਨੂੰ ਦਿੱਤਾ ਗਿਆ ਹੈ ਉਹ ਹੈ, ਨਾ ਕਿ ਅਜਿਹੀ ਨੌਕਰੀ ਜਿਹਦੇ ਲਈ ਸਾਨੂੰ ਸੈਲਰੀ ਮਿਲਦੀ ਹੈ ਜਾਂ ਪੇਰੋਲ ਵਾਲੀ ਨੌਕਰੀ ਮਿਲਦੀ ਹੈ। ਕੌਸ਼ਲ ਵਿਸ਼ਲੇਸ਼ਣ ਵਿਧੀ। ਦੂਜਾ ਤਰੀਕਾ ਇਹ ਹੈ
ਕਿ ਨੌਕਰੀ ਦੇ ਲਈ ਜੋ ਵੀ ਜ਼ਰੂਰੀ ਕੌਸ਼ਲ ਹੈ ਉਹਦੀ ਇੱਕ ਲਿਸਟ ਬਣਾਓ। ਉਹ ਤੋਂ ਬਾਅਦ ਕਿਹਦੇ ਵਿੱਚ ਕਿੰਨਾ ਟਾਈਮ ਲੱਗੂਗਾ ਉਹਦੇ ਆਧਾਰ ਤੇ ਉਹਨੂੰ ਆਸਾਨ ਤੋਂ ਮੁਸ਼ਕਿਲ ਕ੍ਰਮ ਵਿੱਚ ਲਿਖੋ। ਉਸ ਤੋਂ ਬਾਅਦ ਇਹੋ ਜਿਹੀ ਗਤੀਵਿਧੀਆਂ ਚੁਣੋ ਜੋ ਟ੍ਰੇਨੀਜ਼ ਨੂੰ ਇਹਨਾਂ ਕੌਸ਼ਲ ਨੂੰ ਸਹੀ ਕ੍ਰਮ ਵਿੱਚ ਵਿਕਸਿਤ ਕਰਨ ਵਿੱਚ ਮਦਦ ਕਰੇ। ਯਾਦ ਰੱਖੋ, ਇਹ ਸਿਰਫ ਨੌਕਰੀ ਬਾਰੇ ਨਹੀਂ ਹੈ, ਬਲਕਿ ਸਿੱਖਣ ਵਾਲਾ ਕਿਵੇਂ ਸਿੱਖਦਾ ਹੈ ਤੇ ਆਪਣੇ ਕੌਸ਼ਲ ਵਿੱਚ ਕਿਵੇਂ ਸੁਧਾਰ ਲਿਆਉਂਦਾ ਹੈ ਇਹਦੇ ਬਾਰੇ ਵਿੱਚ ਵੀ ਹੈ। ਕੰਮ ਦਾ ਸਿੱਖਣ ਵਾਲੇ ਉੱਤੇ ਕੀ ਅਸਰ ਹੁੰਦਾ ਹੈ, ਇਹ ਜ਼ਿਆਦਾ ਮਹੱਤਵਪੂਰਨ ਹੈ, ਨਾ ਕਿ ਸਿੱਖਣ ਵਾਲਾ ਕੰਮ ਨੂੰ ਕਿਸ ਤਰੀਕੇ ਨਾਲ ਲੈਂਦਾ ਹੈ। ਸਿਲੇਬਸ ਦੇ ਵਿਸ਼ਲੇਸ਼ਣ ਦੇ ਪੜਾਅ। ਸਿਲੇਬਸ ਨੂੰ ਪੜ੍ਹੋ ਤੇ ਸਮਝੋ। ਕਿਸੇ ਖਾਸ ਵਿਸ਼ੇ ਦੇ ਸਾਰੇ ਬੁਨਿਆਦੀ ਅਤੇ ਉੱਨਤ ਕੌਸ਼ਲ ਦੀ ਇੱਕ ਲਿਸਟ ਤਿਆਰ ਕਰੋ। ਕੋਰਸ ਦੇ ਦੌਰਾਨ ਪੂਰੇ ਕੀਤੇ ਜਾਣ ਵਾਲੇ ਸੈਧਾਂਤਿਕ ਅਤੇ ਪ੍ਰੈਕਟੀਕਲ ਕੰਮਾਂ ਦੀ ਇੱਕ ਲਿਸਟ ਬਣਾਓ। ਵਿਸ਼ਾ ਨੂੰ ਸਰਲ ਤੋਂ ਜਟਿਲ ਤੱਕ ਮੋਡਿਊਲ ਅਤੇ ਇਕਾਈਆਂ ਵਿੱਚ ਵੰਡ ਕੇ ਉਹਨੂੰ ਕ੍ਰਮ ਅਨੁਸਾਰ ਲਿਖੋ। ਸਿਲੇਬਸ ਨੂੰ ਪੂਰਾ ਕਰਨ ਲਈ ਕਿੰਨਾ ਟਾਈਮ ਲੱਗੂਗਾ ਉਹਨੂੰ ਘੰਟਿਆਂ ਦੇ ਹਿਸਾਬ ਨਾਲ ਕੈਲਕੂਲੇਟ ਕਰੋ। ਹਰ ਗਤੀਵਿਧੀ ਲਈ ਉਸ ਦੀ ਜਟਿਲਤਾ ਦੇ ਆਧਾਰ ਤੇ ਉਹਦੇ ਲਈ ਟਾਈਮ ਵੰਡੋ। ਮਾਸਟਰ ਸ਼ੈਡਿਊਲ ਤਿਆਰ ਕਰੋ। ਟਾਈਮ ਟੇਬਲ, ਮਾਸਿਕ ਸ਼ੈਡਿਊਲ ਅਤੇ ਸਪਤਾਹਿਕ ਸ਼ੈਡਿਊਲ ਤਿਆਰ ਕਰੋ। ਹਰ ਇੱਕ ਲੈਸਨ ਦੇ ਲਈ ਪੜ੍ਹਾਉਣ ਵਾਲਾ ਮਟੀਰੀਅਲ ਤਿਆਰ ਕਰੋ। ਸਿਲੇਬਸ ਵਿਸ਼ਲੇਸ਼ਣ ਦੇ ਲਾਭ। ਸਿਲੇਬਸ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇੰਸਟ੍ਰਕਟਰ ਨੂੰ ਪਤਾ ਲੱਗਦਾ ਹੈ ਕਿ ਅਸਲ ਵਿੱਚ ਕੀ ਪੜ੍ਹਾਇਆ ਜਾਣਾ ਹੈ। ਉਹ ਹਰ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਦਾ ਹੈ ਤੇ ਅੱਛੀ ਤਰ੍ਹਾਂ ਤਿਆਰੀ ਕਰਦਾ ਹੈ। ਟ੍ਰੇਨਿੰਗ ਦੀ ਸਮੱਗਰੀ ਪਹਿਲਾਂ ਤੋਂ ਹੀ ਤਿਆਰ ਕੀਤੀ ਜਾ ਸਕਦੀ ਹੈ। ਟ੍ਰੇਨਿੰਗ ਕਾਰਜਕ੍ਰਮ ਨਿਰਧਾਰਿਤ ਸਮੇਂ ਦੇ ਅੰਦਰ ਪੂਰਾ ਕਰ ਲਿਆ ਜਾਊਗਾ। ਟ੍ਰੇਨੀ ਸਿੱਖਿਆ ਸੰਬੰਧੀ ਗਤੀਵਿਧੀ ਬਾਰੇ ਜਾਗਰੂਕ ਹੋ ਸਕਦੇ ਨੇ ਤੇ ਉਹਨਾਂ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ। ਇਹ ਤਾਰਕਿਕ ਅਤੇ ਮਨੋਵਿਗਿਆਨਿਕ ਕ੍ਰਮ ਨੂੰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ। ਪੜ੍ਹਾਉਣ ਵਾਲੀ ਗਤੀਵਿਧੀ ਇੱਕ ਨਿਸ਼ਚਿਤ ਦਿਸ਼ਾ ਵਿੱਚ ਅੱਗੇ ਵੱਧਦੀ ਹੈ। ਇਹ ਕੋਰਸ ਦੇ ਲਕਸ਼ ਅਤੇ ਉਦੇਸ਼ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਬ੍ਰੇਕਅਪ ਸਿਲੇਬਸ ਕੋਰਸ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਮੇਂ ਦੀ ਮਿਆਦ ਦੇ ਨਾਲ ਕੌਸ਼ਲ ਅਤੇ ਏਰੀਆ ਦੇ ਪ੍ਰਾਸੰਗਿਕ ਗਰੁੱਪਸ ਨਾਲ ਮੋਡਿਊਲ ਬਣਾ ਰਿਹਾ ਹੈ। ਨਿਰਦੇਸ਼ ਦਾ ਸ਼ੈਡਿਊਲ ਇੱਕ ਅਜਿਹੀ ਯੋਜਨਾ ਹੈ ਜਿਹਦੇ ਵਿੱਚ ਟ੍ਰੇਡਬੁੱਕ ਵਿੱਚ ਦਿੱਤੀ ਗਈ ਪ੍ਰੈਕਟੀਕਲ ਐਕਸਰਸਾਈਜ਼ਸ ਦੇ ਆਧਾਰਿਤ ਰੋਜ਼ਮर्रा ਦੀਆਂ ਗਤੀਵਿਧੀਆਂ ਲਿਖੀਆਂ ਹੁੰਦੀਆਂ ਨੇ। ਇਸ ਪਲਾਨ ਦੇ ਹਿਸਾਬ ਨਾਲ 26 ਹਫ਼ਤਿਆਂ ਦਾ ਸਮਾਂ ਜ਼ਰੂਰੀ ਹੈ, ਜਿਹਦੇ ਵਿੱਚ ਹਫ਼ਤੇ ਵਿੱਚ 5 ਦਿਨ ਹੀ ਕੰਮ ਕੀਤਾ ਜਾਂਦਾ ਹੈ। ਟ੍ਰੇਨੀਜ਼ ਵਿੱਚ ਕਿਸੇ ਖਾਸ ਵਿਸ਼ਾ ਤੋਂ ਸੰਬੰਧਿਤ ਕੌਸ਼ਲ ਅਤੇ ਗਿਆਨ ਨੂੰ ਵਿਕਸਿਤ ਕਰਨ ਦੇ ਲਈ ਟ੍ਰੇਨਰ ਨੂੰ ਉਸ ਵਿਸ਼ੇ ਵਿੱਚ ਆਪਣੇ ਕੌਸ਼ਲ ਨੂੰ ਦਿਖਾਉਣ ਦੇ ਲਈ ਆਪਣੀ ਥਿਓਰੈਟੀਕਲ ਨੌਲੇਜ ਦਾ ਸਹਾਰਾ ਲੈਣਾ ਹੁੰਦਾ ਹੈ। ਇੰਸਟ੍ਰਕਟਰ ਸਿਲੇਬਸ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਆਸਾਨ ਤੋਂ ਲੈ ਕੇ ਮੁਸ਼ਕਿਲ ਕੌਸ਼ਲ ਅਨੁਕ੍ਰਮ ਤੱਕ ਸ਼੍ਰੇਣੀਬੱਧ ਐਕਸਰਸਾਈਜ਼ਸ ਦੀ ਇੱਕ ਲਿਸਟ ਬਣਾਉਂਦੇ ਹਨ। ਸਿਲੇਬਸ ਦੇ ਖੰਡਾਂ ਦੇ ਨਾਲ ਟ੍ਰੇਨਰ ਨੂੰ ਲੈਸਨ ਅਤੇ ਪ੍ਰਦਰਸ਼ਨ ਦੇ ਲਈ ਸਹੀ ਡੇਟ ਅਤੇ ਟਾਈਮ ਸ਼ੈਡਿਊਲ ਦੇ ਨਾਲ ਅਮਲ ਕਰਨ ਦੇ ਕ੍ਰਮ ਵਿੱਚ ਲਿਖੇ ਗਏ ਵਿਸ਼ਾ ਨੂੰ ਤਿਆਰ ਕਰਨਾ ਪਏਗਾ। ਪਿਕਚਰਸ ਦੇ ਜ਼ਰੀਏ ਕੀਤੀ ਗਈ ਪ੍ਰੈਜ਼ੈਂਟੇਸ਼ਨ, ਟ੍ਰੇਨਰ ਦੁਆਰਾ ਸੂਚਨਾ ਪੱਤਰ ਤਿਆਰ ਕਰਨ, ਲੈਸਨ ਪਲਾਨ ਦੇ ਨਾਲ ਅਨੁਕੂਲ ਸਿੱਖਿਆ ਸੰਬੰਧੀ ਸਮੱਗਰੀ ਦਾ ਚੁਣਾਅ ਕਰਨ ਜਾਂ ਤਿਆਰ ਕਰਨ ਦੇ ਲਈ ਜ਼ਰੂਰਤ ਵਾਲੀ ਚਰਨ ਦਰ ਚਰਨ ਗਤੀਵਿਧੀਆਂ ਨੂੰ ਦਰਸਾਉਂਦੀ ਹੈ। ਆਓ ਇੱਕ ਵਾਰੀ ਫੇਰ ਤੋਂ ਦੇਖ ਲੈਂਦੇ ਹਾਂ ਹੁਣ ਤੱਕ ਅਸੀਂ ਜੋ ਸਿੱਖਿਆ। ਕੋਰਸ ਨੂੰ ਕੰਸਟਰਕਟ ਕਰਨ ਅਤੇ ਸਿਲੇਬਸ ਦੇ ਵਿਸ਼ਲੇਸ਼ਣ ਉੱਤੇ ਇਹ ਟ੍ਰੇਨਿੰਗ ਸੈਸ਼ਨ ਸਿਲੇਬਸ ਦੇ ਖੰਡਾਂ, ਕਰਿਕੂਲਮ ਅਤੇ ਸਿਲੇਬਸ ਵਿਸ਼ਲੇਸ਼ਣ ਦੀ ਮਹੱਤਤਾ ਤੇ ਜ਼ੋਰ ਦਿੰਦਾ ਹੈ। ਇਸ ਮੈਥਡ ਵਿੱਚ ਨੌਕਰੀ ਅਤੇ ਕੌਸ਼ਲ ਵਿਸ਼ਲੇਸ਼ਣ ਕੌਸ਼ਲ ਨੂੰ ਤਾਰਕਿਕ ਰੂਪ ਨਾਲ ਵੰਡਣਾ ਸ਼ਾਮਿਲ ਹੈ ਅਤੇ ਇਸ ਦੇ ਲਾਭ ਵਿੱਚ ਪ੍ਰਭਾਵੀ ਤਿਆਰੀ, ਵਕਤ ਨਾਲ ਖਤਮ ਕਰਨਾ ਅਤੇ ਟ੍ਰੇਨੀਜ਼ ਦਾ ਆਤਮ ਵਿਸ਼ਵਾਸ ਸ਼ਾਮਿਲ ਹੈ। ਮੈਂ ਉਮੀਦ ਕਰਦੀ ਹਾਂ ਇਸ ਵੀਡੀਓ ਵਿੱਚ ਜੋ ਸਿਖਾਇਆ ਗਿਆ ਹੈ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਣਾ। ਮੈਂ ਤੁਹਾਨੂੰ ਮਿਲਾਂਗੀ ਇੱਕ ਹੋਰ ਮਜ਼ੇਦਾਰ ਵੀਡੀਓ ਵਿੱਚ। ਉਦੋਂ ਤੱਕ ਲਈ ਅਲਵਿਦਾ।